ਸਤਿ ਸ਼੍ਰੀ ਅਕਾਲ ਜੀ ਕੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਏ ਹਾਂ ਜੀ ਅੱਜ ਤੁਹਾਡੇ ਲਈ ਨਵੀਂ ਕਹਾਣੀ। ਖੁਸ਼ੀ ਦੀ ਉਮਰ 22 ਸਾਲਾਂ ਦੀ ਸੀ। ਉਹ ਕਾਲਜ ਦੇ ਆਖਰੀ ਸਾਲ ਆਪਣੇ ਪਿੰਡ ਤੋਂ ਦੂਰ ਸ਼ਹਿਰ ਵਿੱਚ ਪੜ੍ਹਾਈ ਕਰ ਰਹੀ ਸੀ। ਖੁਸ਼ੀ ਦੇ ਪਾਪਾ ਦੀ ਮੌਤ ਹੋ ਚੁੱਕੀ ਸੀ। ਉਸ ਦੀ ਮੰਮੀ ਸ਼ੀਲਾ ਇੱਕ ਸਰਕਾਰੀ ਸਕੂਲ ਦੀ ਟੀਚਰ ਸੀ। ਖੁਸ਼ੀ ਬਹੁਤ ਹੀ ਸੋਹਣੀ ਤੇ ਖੁਸ਼ ਮਿਜਾਜ ਸੁਭਾਅ ਦੀ ਕੁੜੀ ਸੀ। ਇੱਕ ਦਿਨ ਖੁਸ਼ੀ ਦੀ ਖਾਸ ਸਹੇਲੀ ਪਾਇਲ ਨੇ ਕਲੱਬ ਦੇ ਵਿੱਚ ਪਾਰਟੀ ਰੱਖੀ ਸੀ। ਸਾਰੇ ਨੱਚਣ ਗਾਉਣ ਵਿੱਚ ਰੁੱਝੇ ਸਨ। ਪਾਇਲ ਅਤੇ ਉਸਦੇ ਦੋਸਤਾਂ ਤੋਂ ਇਲਾਵਾ ਕੁਝ ਹੋਰ ਲੋਕ ਵੀ ਮੌਜੂਦ ਸਨ। ਪਾਇਲ ਤੇ ਖੁਸ਼ੀ ਵੀ ਆਪਣੇ ਦੋਸਤਾਂ ਦੇ ਨਾਲ ਡਾਂਸ ਕਰਨ ਲੱਗੀਆਂ। ਜਦੋਂ ਖੁਸ਼ੀ ਡਾਂਸ ਕਰ ਰਹੀ ਸੀ ਤਾਂ ਸਾਹਮਣੇ ਇੱਕ ਸੋਫੇ ਤੇ ਬੈਠਾ ਲੜਕਾ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਨੂੰ ਘੂਰ ਰਿਹਾ ਹੋਵੇ। ਕੁਝ ਦੇਰ ਬਾਅਦ ਖੁਸ਼ੀ ਦਾ ਗਲਾ ਸੁੱਕਣ ਲੱਗਾ ਤਾਂ ਉਹ ਕੋਲਡ ਡਰਿੰਕ ਲੈਣ ਲਈ ਕਾਊਂਟਰ ਤੇ ਚਲੀ ਗਈ। ਜਦੋਂ ਉਹ ਕਾਊਂਟਰ ਤੇ ਗਈ ਤਾਂ ਉਹ ਲੜਕਾ ਵੀ ਉਸਦੇ ਪਿੱਛੇ ਪਿੱਛੇ ਚਲਾ ਗਿਆ ਤੇ ਮੁਸਕਰਾ ਕੇ ਕਹਿਣ ਲੱਗਿਆ, ਮਾਈ ਨੇਮ ਇਜ਼ ਹਰਸ਼ ਕਪੂਰ, ਯੂਅਰ ਨੇਮ ਪਲੀਜ਼। ਤਾਂ ਖੁਸ਼ੀ ਨੇ ਕਿਹਾ, ਮੈਂ ਕਿਸੇ ਅਣਜਾਣ ਵਿਅਕਤੀ ਦੇ ਨਾਲ ਗੱਲ ਨਹੀਂ ਕਰ ਸਕਦੀ, ਸਮਝੇ ਮਿਸਟਰ। ਤਾਂ ਹਰਸ਼ ਨੇ ਕਿਹਾ, ਜਾਣ ਪਹਿਚਾਣ ਹੋਣ ਵਿੱਚ ਕਿੰਨੀ ਕੁ ਦੇਰ ਲੱਗਦੀ ਹੈ, ਹੁਣੇ ਹੀ ਆਪਾਂ ਇੱਕ ਦੂਜੇ ਦੇ ਬਾਰੇ ਜਾਣ ਲੈਂਦੇ ਹਾਂ। ਹਰਸ਼ ਨੇ ਖੁਸ਼ੀ ਨੂੰ ਦੱਸਿਆ ਕਿ ਮੈਂ ਰਾਂਚੀ ਦਾ ਰਹਿਣ ਵਾਲਾ ਹਾਂ ਤੇ ਬਲੂ ਮੂਨ ਨਾਮ ਦੇ ਹੋਟਲ ਦਾ ਮਾਲਕ ਹਾਂ। ਬਹੁਤ ਹੀ ਫੇਮਸ ਹੋਟਲ ਹੈ। ਇੱਥੇ ਮੈਂ ਬਿਜ਼ਨਸ ਦੇ ਸਿਲਸਿਲੇ ਵਿੱਚ ਆਇਆ ਸੀ। 1 ਮਹੀਨੇ ਲਈ ਹੋਟਲ ਰੈਡੀਸਨ ਵਿੱਚ ਠਹਿਰਿਆ ਹੋਇਆ ਹਾਂ। ਤੇ ਉਹ ਹੋਰ ਵੀ ਗੱਲਾਂ ਕਰਨ ਲੱਗਾ ਤੇ ਫਿਰ ਉਸਨੇ ਖੁਸ਼ੀ ਨੂੰ ਕਿਹਾ, ਹੁਣ ਤੁਸੀਂ ਦੱਸੋ ਕਿ ਆਪਾਂ ਹੁਣ ਵੀ ਅਣਜਾਣ ਹਾਂ। ਗੱਲਾਂ ਵਿੱਚ ਫਿਰ ਉਹਨਾਂ ਦੋਨਾਂ ਨੇ ਆਪਣੇ ਮੋਬਾਈਲ ਨੰਬਰ ਇੱਕ ਦੂਜੇ ਨੂੰ ਦੇ ਦਿੱਤੇ। ਉਸ ਤੋਂ ਬਾਅਦ ਉਹਨਾਂ ਦੀਆਂ ਹਰ ਰੋਜ਼ ਫੋਨ ਤੇ ਗੱਲਬਾਤ ਤੇ WhatsApp ਤੇ ਮੈਸੇਜ ਹੋਣ ਲੱਗੇ। ਫਿਰ ਉਹ 2-3 ਦਿਨਾਂ ਬਾਅਦ ਆਪਸ ਵਿੱਚ ਮਿਲਣ ਵੀ ਲੱਗੇ। ਉਸ ਤੋਂ ਬਾਅਦ ਹਰਸ਼ ਵਾਪਸ ਰਾਂਚੀ ਚਲਾ ਗਿਆ। ਖੁਸ਼ੀ ਤੇ ਹਰਸ਼ ਵਿਚਕਾਰ ਚੰਗੀ ਦੋਸਤੀ ਹੋ ਗਈ। 1 ਮਹੀਨੇ ਬਾਅਦ ਹਰਸ਼ ਫਿਰ ਵਾਪਸ ਉਸੇ ਸ਼ਹਿਰ ਵਿੱਚ ਆਇਆ। ਖੁਸ਼ੀ ਫਿਰ ਹਰਸ਼ ਨੂੰ ਮਿਲਣ ਲਈ ਗਈ। ਹਰਸ਼ ਨੇ ਖੁਸ਼ੀ ਨੂੰ ਪ੍ਰਪੋਜ਼ ਕੀਤਾ ਤਾਂ ਖੁਸ਼ੀ ਨੇ ਵੀ ਹਰਸ਼ ਨੂੰ ਹਾਂ ਵਿੱਚ ਜਵਾਬ ਦਿੱਤਾ। ਫਿਰ ਦੋਨੇ ਆਪਸ ਵਿੱਚ ਮਿਲਣ ਲੱਗੇ। ਇੱਕ ਦਿਨ ਹਰਸ਼ ਖੁਸ਼ੀ ਨੂੰ ਇੱਕ ਹੋਟਲ ਵਿੱਚ ਲੈ ਗਿਆ। ਉੱਥੇ ਪਿਆਰ ਵਿੱਚ ਪਾਗਲ ਹੋਈ ਖੁਸ਼ੀ ਨੇ ਕਦੋਂ ਆਪਣੀਆਂ ਹੱਦਾਂ ਸਾਰੀਆਂ ਟੱਪ ਗਈ ਉਸ ਨੂੰ ਪਤਾ ਹੀ ਨਾ ਲੱਗਾ। ਉਸ ਤੋਂ ਬਾਅਦ ਫਿਰ ਹਰਸ਼ ਤੇ ਖੁਸ਼ੀ ਦੀਆਂ ਲਗਾਤਾਰ ਮੁਲਾਕਾਤਾਂ ਹੋਈਆਂ। ਫਿਰ ਹਰਸ਼ ਰਾਂਚੀ ਵਾਪਸ ਚਲਾ ਗਿਆ। ਖੁਸ਼ੀ ਦੇ BA ਦੇ ਆਖਰੀ ਪੇਪਰ ਚੱਲ ਰਹੇ ਸਨ। ਉਸ ਦੇ 2 ਪੇਪਰ ਅਜੇ ਬਾਕੀ ਸਨ ਅਤੇ ਉਸ ਦੀ ਅਚਾਨਕ ਤਬੀਅਤ ਖਰਾਬ ਹੋਣ ਲੱਗੀ। ਪੇਪਰ ਖਤਮ ਹੋਣ ਤੋਂ ਬਾਅਦ ਉਸਨੇ ਆਪਣੀ ਮਾਂ ਕੋਲ ਜਾਣਾ ਸੀ। ਖੁਸ਼ੀ ਜਦੋਂ ਪੇਪਰ ਦੇ ਕੇ ਆਪਣੇ ਰੂਮ ਵਿੱਚ ਆਈ ਤਾਂ ਅਚਾਨਕ ਉਸ ਨੂੰ ਉਲਟੀ ਆਈ। ਉਹ ਸੋਚਣ ਲੱਗੀ ਕਿ ਉਸ ਦੀ ਇਹ ਹਾਲਤ ਕਿਵੇਂ ਹੋ ਗਈ। ਉਸ ਦੇ ਦਿਮਾਗ ਵਿੱਚ ਆਪਣੇ ਮਹੀਨੇਵਾਰ ਦਿਨ ਯਾਦ ਆਏ ਤੇ ਉਸ ਦੇ ਦਿਮਾਗ ਵਿੱਚ ਆਇਆ ਕਿ ਜਦੋਂ ਤੋਂ ਮੈਨੂੰ ਪੀਰੀਅਡ ਆਉਣੇ ਸ਼ੁਰੂ ਹੋਏ ਸਨ ਹੁਣ ਤੱਕ ਕਦੇ ਵੀ ਉਸ ਨੂੰ ਅਜਿਹਾ ਨਹੀਂ ਸੀ ਹੋਇਆ ਕਿ ਲੇਟ ਜਾਂ ਪਹਿਲਾਂ ਆਏ ਹੋਣ। ਇਸ ਲਈ ਉਸਨੇ ਜਲਦੀ ਨੇੜੇ ਦੇ ਮੈਡੀਕਲ ਤੋਂ ਕਿੱਟ ਖਰੀਦੀ ਤੇ ਟੈਸਟ ਕੀਤਾ। ਟੈਸਟ ਪੋਜ਼ਿਟਿਵ ਆਇਆ, ਮਤਲਬ ਉਹ ਗਰਭਵਤੀ ਸੀ। ਉਸਨੇ ਜਲਦੀ ਹਰਸ਼ ਨੂੰ ਫੋਨ ਲਾਇਆ ਪਰ ਅੱਗੋਂ ਹਰਸ਼ ਨੇ ਫੋਨ ਨਾ ਚੱਕਿਆ। ਉਸਨੇ ਹਰਸ਼ ਨੂੰ WhatsApp ਮੈਸੇਜ ਕਰਿਆ ਤੇ ਆਪਣੀ ਪ੍ਰੈਗਨੈਂਸੀ ਦਾ ਦੱਸਿਆ। ਹਰਸ਼ ਨੇ ਮੈਸੇਜ ਤਾਂ ਦੇਖ ਲਿਆ ਪਰ ਉਸਨੇ ਖੁਸ਼ੀ ਨੂੰ ਫੋਨ ਨਾ ਕਰਿਆ। ਫਿਰ ਖੁਸ਼ੀ ਨੇ ਦੁਬਾਰਾ ਫੋਨ ਕਰਿਆ ਪਰ ਅੱਗੋਂ ਫੋਨ ਬੰਦ ਆ ਰਿਹਾ ਸੀ। ਖੁਸ਼ੀ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਹੁਣ ਉਹ ਕੀ ਕਰੇ। ਉਸ ਕੋਲ ਹਰਸ਼ ਦੇ ਘਰ ਦਾ ਪਤਾ ਵੀ ਨਹੀਂ ਸੀ। ਫਿਰ ਉਹ ਰੈਡੀਸਨ ਹੋਟਲ ਚਲੀ ਗਈ ਤੇ ਉੱਥੋਂ ਪਤਾ ਕੀਤਾ ਪਰ ਹਰਸ਼ ਨਾਮ ਦਾ ਕੋਈ ਵੀ ਬੰਦਾ ਉੱਥੇ ਗੈਸਟ ਨਹੀਂ ਸੀ ਠਹਿਰਿਆ। ਫਿਰ ਉਸਨੇ ਜਿਸ ਦਿਨ ਹਰਸ਼ ਉਸ ਨੂੰ ਹੋਟਲ ਵਿੱਚ ਲੈ ਕੇ ਆਇਆ ਉਸ ਦਿਨ ਦੀ ਤਰੀਕ ਤੇ ਕਮਰਾ ਨੰਬਰ ਦੱਸਿਆ। ਫਿਰ ਉਸ ਨੂੰ ਬਹੁਤ ਮੁਸ਼ਕਲ ਤੋਂ ਬਾਅਦ ਪਤਾ ਲੱਗਾ ਕਿ ਉਸ ਆਦਮੀ ਦਾ ਨਾਮ ਰੋਹਿਤ ਜਸਵਾਲ ਸੀ ਤੇ ਰੋਹਿਤ ਜਸਵਾਲ ਦੇ ਨਾਮ ਤੇ ਕਮਰਾ ਬੁੱਕ ਸੀ। ਉਸ ਕਮਰੇ ਵਿੱਚ 3 ਲੜਕੇ ਰੁਕੇ ਸਨ ਤੇ ਉਹ ਕਮਰਾ ਮਹੀਨੇ ਵਿੱਚ ਸਿਰਫ 2-3 ਵਾਰ 2-4 ਦਿਨਾਂ ਲਈ ਹੀ ਉਹਨਾਂ ਨੇ ਬੁੱਕ ਕਰਵਾਇਆ ਸੀ। ਖੁਸ਼ੀ ਹੁਣ ਸਮਝ ਗਈ ਸੀ ਕਿ ਉਸ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ। ਫਿਰ ਉਸਨੇ ਇੰਟਰਨੈਟ ਉੱਤੇ
ਬਲੂ ਮੂਨ ਹੋਟਲ ਦੇ ਨਾਂ ਦੇ ਮਾਲਕ ਦਾ ਪਤਾ ਕੀਤਾ। ਜਦੋਂ ਉਸਨੇ ਪਤਾ ਕਰਿਆ ਤਾਂ ਉਸਦੇ ਨਾਲ ਉਹ ਵੀ ਉਸਨੇ ਇੱਕ ਝੂਠ ਬੋਲਿਆ ਸੀ ਕਿ ਮੈਂ ਬਲੂ ਮੂਨ ਹੋਟਲ ਦਾ ਮਾਲਕ ਹਾਂ। ਹੁਣ ਖੁਸ਼ੀ ਪਛਤਾ ਰਹੀ ਸੀ ਕਿ ਉਸਨੇ ਇੱਕ ਬੇਵਕੂਫੀ ਵਿੱਚ ਇੰਨੀ ਵੱਡੀ ਗਲਤੀ ਕਰ ਲਈ। ਉਸਨੂੰ ਇੱਕ ਵਾਰ ਹਰਸ਼ ਦੀ ਜਾਂਚ ਪੜਤਾਲ ਤਾਂ ਕਰ ਲੈਣੀ ਚਾਹੀਦੀ ਸੀ। ਫਿਰ ਉਸਨੇ ਬਹੁਤ ਮੁਸ਼ਕਲ ਨਾਲ ਆਖਰੀ ਪੇਪਰ ਵੀ ਦੇ ਦਿੱਤਾ। ਫਿਰ ਉਸਨੇ ਪਰੇਸ਼ਾਨੀ ਵਿੱਚ ਹੀ ਆਪਣਾ ਸਾਰਾ ਸਮਾਨ ਪੈਕ ਕਰ ਲਿਆ ਤੇ ਰਾਤ ਨੂੰ ਟ੍ਰੇਨ ਉੱਪਰ ਆਪਣੇ ਘਰ ਨੂੰ ਚੱਲ ਪਈ। ਟ੍ਰੇਨ ਵਿੱਚ ਸਾਰੇ ਮੁਸਾਫਰ ਸੌਂ ਗਏ, ਪਰ ਖੁਸ਼ੀ ਦੀਆਂ ਅੱਖਾਂ ਵਿੱਚ ਨੀਂਦ ਗਾਇਬ ਸੀ। ਉਹ ਇਹੀ ਸੋਚ ਰਹੀ ਸੀ ਕਿ ਹੁਣ ਮੈਂ ਕੀ ਕਰਾਂਗੀ। ਸੁਬਾਹ ਖੁਸ਼ੀ ਘਰ ਪਹੁੰਚੀ ਗਈ, ਪਰ ਅੱਜ ਉਹ ਖੁਸ਼ ਨਹੀਂ ਸੀ ਤੇ ਸਿੱਧਾ ਉਹ ਆਪਣੇ ਕਮਰੇ ਵਿੱਚ ਚਲੀ ਗਈ। ਫਿਰ ਉਸਨੇ ਕੁਝ ਟਾਈਮ ਬਾਅਦ ਨਹਾ ਕੇ ਨਾਸ਼ਤਾ ਕੀਤਾ ਤੇ ਉਸਨੇ ਆਪਣੀ ਮੰਮੀ ਨੂੰ ਕਿਹਾ ਕਿ ਮੰਮੀ, ਮੈਂ ਬਹੁਤ ਥੱਕ ਗਈ ਹਾਂ ਤੇ ਮੈਨੂੰ ਨੀਂਦ ਆ ਰਹੀ ਹੈ। ਦੁਪਹਿਰ ਦੇ 1 ਵਜੇ ਖੁਸ਼ੀ ਆਪਣੇ ਕਮਰੇ ਵਿੱਚ ਚਲੀ ਗਈ ਤੇ ਸ਼ਾਮ ਦੇ 6 ਵੱਜ ਗਏ ਸਨ, ਪਰ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਸੀ ਆਈ। ਉਸਦੇ ਮੰਮੀ ਨੇ ਸੋਚਿਆ ਕਿ ਪੇਪਰਾਂ ਦੇ ਕਰਕੇ ਤੇ ਸਫ਼ਰ ਕਰਕੇ ਉਹ ਥੱਕੀ ਹੋਈ ਹੈ ਤੇ ਉਸਦੀ ਮੰਮੀ ਨੇ ਉਸਦੇ ਕਮਰੇ ਵਿੱਚ ਨਾ ਗਈ ਕਿ ਉਸਨੂੰ ਕੋਈ ਪਰੇਸ਼ਾਨੀ ਨਾ ਹੋਵੇ। ਪਰ ਖੁਸ਼ੀ ਆਪਣੇ ਕਮਰੇ ਵਿੱਚ ਫੋਨ ਤੇ ਫੇਸਬੁੱਕ ਤੋਂ ਹਰਸ਼ ਦਾ ਪਤਾ ਕੱਢ ਰਹੀ ਸੀ, ਪਰ ਉਸਨੂੰ ਕਿਤੋਂ ਵੀ ਉਸਦਾ ਕੋਈ ਪਤਾ ਨਾ ਮਿਲਿਆ ਤੇ ਉਹ ਬਹੁਤ ਉਦਾਸ ਹੋ ਗਈ। ਉਹ ਲੰਮੀ ਪਈ ਰੋਣ ਲੱਗੀ। ਇੰਨੇ ਨੂੰ 7 ਵਜੇ ਜਦੋਂ ਉਸਦੀ ਮੰਮੀ ਉਸਦੇ ਕਮਰੇ ਵਿੱਚ ਗਈ ਤਾਂ ਮੰਮੀ ਨੇ ਕਮਰੇ ਦੀ ਲਾਈਟ ਔਨ ਕਰੀ ਤੇ ਖੁਸ਼ੀ ਨੂੰ ਕਿਹਾ ਕਿ ਪਹਿਲਾਂ ਤਾਂ ਤੂੰ ਕਦੇ ਵੀ ਇੰਨਾ ਟਾਈਮ ਨਹੀਂ ਸੁੱਤੀ ਤੇ ਤੂੰ ਮੈਨੂੰ ਉਦਾਸ ਵੀ ਲੱਗ ਰਹੀ ਏ। ਪੇਪਰ ਵਧੀਆ ਨਹੀਂ ਹੋਏ। ਅਜੇ ਉਸਦੀ ਮਾਂ ਬੋਲ ਹੀ ਰਹੀ ਸੀ ਕਿ ਖੁਸ਼ੀ ਰੋਣ ਲੱਗ ਪਈ ਤੇ ਉਸਨੇ ਆਪਣੀ ਮਾਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਤੇ ਕਿਹਾ, ਮਾਂ, ਮੈਂ ਜੀਣਾ ਨਹੀਂ ਚਾਹੁੰਦੀ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਂ ਤੁਹਾਡੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ। ਜਦੋਂ ਖੁਸ਼ੀ ਨੇ ਇਹ ਕਿਹਾ ਤਾਂ ਉਸਦੀ ਮੰਮੀ ਘਬਰਾ ਗਈ ਤੇ ਕਿਹਾ ਕਿ ਤੂੰ ਮੈਨੂੰ ਸੱਚ-ਸੱਚ ਦੱਸ, ਹੋਇਆ ਕੀ? ਤਾਂ ਖੁਸ਼ੀ ਨੇ ਕਿਹਾ, ਮਾਂ, ਮੈਂ ਪ੍ਰੈਗਨੈਂਟ ਹਾਂ। ਤਾਂ ਉਸਦੀ ਮੰਮੀ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਤੂੰ ਇਹ ਕੀ ਬੋਲ ਰਹੀ ਹੈ? ਤਾਂ ਉਸਦੀ ਮਾਂ ਨੇ ਕਿਹਾ ਕਿ ਤੂੰ ਐਡੀ ਛੋਟੀ ਬੱਚੀ ਵੀ ਨਹੀਂ ਕਿ ਤੈਨੂੰ ਆਪਣੇ ਚੰਗੇ ਬੁਰੇ ਦਾ ਹੀ ਨਹੀਂ ਸੀ ਪਤਾ। ਕੌਣ ਆ ਉਹ ਮੁੰਡਾ? ਤਾਂ ਖੁਸ਼ੀ ਨੇ ਰੋਂਦੇ ਹੋਏ ਕਿਹਾ, ਉਸਨੇ ਮੈਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ ਤੇ ਮੈਨੂੰ ਧੋਖਾ ਦੇ ਕੇ ਚਲਾ ਗਿਆ। ਉਸਨੇ ਮੈਨੂੰ ਦੱਸਿਆ ਸੀ ਕਿ ਮੈਂ ਹੋਟਲ ਦਾ ਮਾਲਕ ਹਾਂ। ਮੇਰੇ ਕੋਲ ਉਸਦਾ ਕੋਈ ਵੀ ਪਤਾ ਟਿਕਾਣਾ ਨਹੀਂ। ਮੇਰੇ ਕੋਲ ਜੋ ਉਸਦਾ ਨੰਬਰ ਸੀ ਉਹ ਵੀ ਹੁਣ ਬੰਦ ਆ ਰਿਹਾ ਹੈ। ਤਾਂ ਖੁਸ਼ੀ ਦੀ ਮਾਂ ਨੇ ਕਿਹਾ ਕਿ ਪਾਗਲ, ਤੂੰ ਇਹ ਕੀ ਕਰ ਦਿੱਤਾ? ਲੋਕ ਕੀ ਕਹਿਣਗੇ? ਤੇਰਾ ਕਿਤੇ ਵੀ ਰਿਸ਼ਤਾ ਨਹੀਂ ਹੋਣਾ। ਫਿਰ ਉਸਦੀ ਮਾਂ ਨੇ ਪੁੱਛਿਆ ਕਿ ਤੂੰ ਉਸਨੂੰ ਕਿੱਥੇ ਮਿਲੀ ਸੀ? ਤਾਂ ਖੁਸ਼ੀ ਨੇ ਦੱਸਿਆ ਕਿ ਮੈਂ ਜਿਸ ਹੋਟਲ ਵਿੱਚ ਉਸਦੇ ਨਾਲ ਮਿਲੀ ਸੀ, ਮੈਂ ਉੱਥੇ ਵੀ ਉਸਦਾ ਐਡਰੈਸ ਪੁੱਛਿਆ, ਪਰ ਉੱਥੇ ਕੋਈ ਵੀ ਉਸ ਨਾਮ ਦਾ ਆਦਮੀ ਨਹੀਂ ਸੀ ਰੁਕਿਆ। ਉਸਨੇ ਮੈਨੂੰ ਸਾਰਾ ਕੁਝ ਝੂਠ ਬੋਲਿਆ ਸੀ। ਖੁਸ਼ੀ ਨੂੰ ਹੁਣ ਆਪਣੀ ਗਲਤੀ ਤੇ ਪਛਤਾਵਾ ਹੋ ਰਿਹਾ ਸੀ ਤੇ ਉਸਦੀ ਮਾਂ ਵੀ ਹੁਣ ਘਬਰਾ ਗਈ ਸੀ ਕਿ ਉਹ ਇਸ ਗਲਤੀ ਨੂੰ ਕਿਵੇਂ ਸੁਧਾਰੇ। ਜੇਕਰ ਆਂਢ ਗੁਆਂਢ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਸਦੀ ਧੀ ਤੇ ਉਸਦੀ ਬਦਨਾਮੀ ਹੋਵੇਗੀ। ਫਿਰ ਕੁਝ ਸੋਚਣ ਤੋਂ ਬਾਅਦ ਉਸਦੀ ਮਾਂ ਨੇ ਕਿਹਾ ਕਿ ਮੈਂ ਇੱਕ ਡਾਕਟਰ ਨਾਲ ਗੱਲ ਕਰਦੀ ਹਾਂ। ਖੁਸ਼ੀ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਹਾਂ ਵਿੱਚ ਸਿਰ ਹਿਲਾ ਦਿੱਤਾ। ਅਗਲੇ ਦਿਨ ਉਸਦੀ ਮਾਂ ਉਸਨੂੰ ਇੱਕ ਡਾਕਟਰ ਕੋਲ ਲੈ ਗਈ। ਡਾਕਟਰ ਮਾਧੁਰੀ ਨੇ ਉਸਦੇ ਕੁਝ ਟੈਸਟ ਕੀਤੇ ਤਾਂ ਰਿਪੋਰਟ ਦੇਖ ਕੇ ਉਸਨੇ ਕਿਹਾ, ਮਾਫ਼ ਕਰਨਾ ਸ਼ੀਲਾ, ਖੁਸ਼ੀ ਦਾ ਗਰਭਪਾਤ ਸੰਭਵ ਨਹੀਂ। ਪਹਿਲਾਂ ਤੋਂ ਹੀ 3 ਮਹੀਨੇ ਪੂਰੇ ਹੋਣ ਵਾਲੇ ਹਨ। ਜੇਕਰ ਉਸਦਾ ਹੁਣ ਗਰਭਪਾਤ ਕਰਵਾ ਦਿੱਤਾ ਤਾਂ ਉਹ ਭਵਿੱਖ 'ਚ ਕਦੇ ਵੀ ਮਾਂ ਨਹੀਂ ਬਣ ਸਕੇਗੀ। ਸ਼ੀਲਾ ਨੇ ਇਹ ਸੁਣਿਆ ਤਾਂ ਉਹ ਘਬਰਾ ਗਈ ਤੇ ਕਿਹਾ, ਕੋਈ ਹੋਰ ਤਰੀਕਾ ਹੋਵੇਗਾ ਡਾਕਟਰ? ਕਿਰਪਾ ਕਰਕੇ। ਮਾਧੁਰੀ ਨੇ ਕਿਹਾ, ਦੇਖੋ, ਇਸ ਨਾਲ ਸਿਰਫ ਖੁਸ਼ੀ ਨੂੰ ਪਰੇਸ਼ਾਨੀ ਹੋਵੇਗੀ, ਇਸ ਲਈ ਜੋਖਿਮ ਲੈਣਾ ਠੀਕ ਨਹੀਂ ਹੈ। ਖੁਸ਼ੀ ਇਹ ਸੁਣ ਕੇ ਦੰਗ ਰਹਿ ਗਈ। ਆਟੋ ਵਿੱਚ ਸਾਰੇ ਰਸਤੇ ਮਾਂ ਧੀ ਦੋਵੇਂ ਬਿਲਕੁਲ ਚੁੱਪ ਸੀ। ਫਿਰ ਘਰ ਪਹੁੰਚਦੇ ਹੀ ਉਸਦੀ ਮਾਂ ਨੇ ਆਪਣੀ ਖਾਸ ਸਹੇਲੀ ਨਿਸ਼ਾ ਨਾਲ ਫੋਨ ਤੇ ਗੱਲ ਕੀਤੀ ਤਾਂ ਉਸਦੀ ਮਾਂ ਨੇ ਖੁਸ਼ੀ ਨੂੰ ਕਿਹਾ, ਸੁਣੋ ਖੁਸ਼ੀ, ਤੂੰ ਅੱਜ ਰਾਤ ਦੀ ਟ੍ਰੇਨ ਰਾਹੀਂ ਤੈਨੂੰ ਹੈਦਰਾਬਾਦ ਜਾਣਾ ਹੋਵੇਗਾ। ਆਪਣਾ ਸਮਾਨ ਪੈਕ ਕਰ। ਖੁਸ਼ੀ ਨੇ ਕਿਹਾ,
ਪਰ ਮਾਂ ਕਿਉਂ हैदराबाद? ਉੱਥੇ ਕੌਣ ਹੈ? शीला ने कहा ਉੱਥੇ ਮੇਰੀ सहेली निशा है, तू उस कोल रहेगी। ਉਹ इकल्ली ਰਹਿੰਦੀ ਹੈ, ਉਹ ਵਿਧਵਾ ਹੈ ਤੇ ਉਸਦੇ ਕੋਈ ਬੱਚੇ ਨਹੀਂ ਹਨ। ਉਹ ਇੱਕ ਸਕੂਲ ਵਿੱਚ ਕੰਮ ਕਰਦੀ ਹੈ। ਤੇਰਾ ਲਈ ਉੱਥੇ ਜਾਣਾ ਚੰਗਾ ਰਹੇਗਾ ਕਿਉਂਕਿ ਉੱਥੇ ਕੋਈ ਤੈਨੂੰ ਪਹਿਚਾਣਦਾ ਵੀ ਨਹੀਂ ਹੋਵੇਗਾ। 2 ਸਾਲ ਬਾਅਦ ਮੈਂ ਰਿਟਾਇਰ ਹੋਵਾਂਗੀ, ਫਿਰ ਉੱਥੇ ਮੈਂ ਵੀ ਆ ਜਾਵਾਂਗੀ। 2 ਸਾਲਾਂ ਵਿੱਚ ਮੈਂ ਆਉਂਦੀ ਜਾਂਦੀ ਰਹਾਂਗੀ। ਖੁਸ਼ੀ ਨੇ ਕਿਹਾ, ਮਾਂ ਤੁਸੀਂ ਮੇਰੇ ਨਾਲ ਗੁੱਸੇ ਤੇ ਦੁਖੀ ਹੋ ਤੇ ਤੁਸੀਂ ਮੈਨੂੰ ਆਪਣੇ ਤੋਂ ਦੂਰ ਭੇਜ ਰਹੇ ਹੋ, ਹੈ ਨਾ? शीला ने कहा, मैं ਤੈਨੂੰ ਦੂਰ ਨਹੀਂ ਭੇਜ ਰਹੀ। ਮੈਂ ਜੋ ਵੀ ਕਰ ਰਹੀ ਹਾਂ ਤੇਰੇ ਭਲੇ ਲਈ ਹੀ ਕਰ ਰਹੀ ਹਾਂ। ਤੂੰ ਬਹੁਤ ਵੱਡੀ ਗਲਤੀ ਕੀਤੀ ਹੈ, ਪਰ ਹੁਣ ਰੋ ਕੇ ਪਛਤਾਉਣ ਨਾਲ ਕੀ ਹੋਵੇਗਾ? ਤੇਰੇ ਤੋਂ ਇਲਾਵਾ ਇਸ ਦੁਨੀਆ ਵਿੱਚ ਕੌਣ ਮੇਰਾ ਹੈ? ਇਸ ਲਈ ਕੋਈ ਵੀ ਗਲਤ ਕਦਮ ਚੁੱਕਣ ਤੋਂ ਪਹਿਲਾਂ ਆਪਣੀ ਮਾਂ ਬਾਰੇ ਸੋਚੀ। ਖੁਸ਼ੀ ਰਾਤ ਦੀ ਰੇਲ ਗੱਡੀ ਰਾਹੀਂ हैदराबाद ਗਈ। ਨਿਸ਼ਾ ਸਟੇਸ਼ਨ ਤੇ ਉਸਨੂੰ ਲੈਣ ਆਈ। ਖੁਸ਼ੀ ਨਿਸ਼ਾ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਸੀ ਮਿਲਾ ਸਕੀ ਤਾਂ ਨਿਸ਼ਾ ਨੇ ਕਿਹਾ, ਖੁਸ਼ੀ ਤੂੰ ਗੁਨਾਹ ਨਹੀਂ ਕੀਤਾ, ਤੂੰ ਤਾਂ ਉਸਨੂੰ ਸੱਚੇ ਦਿਲੋਂ ਪਿਆਰ ਕੀਤਾ ਸੀ, ਇਸ ਲਈ ਕਸੂਰ ਉਸਦਾ ਹੈ। ਜਿਹੜਾ ਮੁੰਡਾ ਤੈਨੂੰ ਪਿਆਰ ਕਰਦਾ ਸੀ ਧੋਖਾ ਦਿੱਤਾ ਤਾਂ ਸ਼ਰਮ ਕਰਨ ਦੀ ਲੋੜ ਨਹੀਂ। ਖੁਸ਼ੀ ਨਿਸ਼ਾ ਦੇ ਘਰ ਆਈ, ਉਸਨੂੰ ਕਮਰਾ ਦਿੱਤਾ। ਜਦੋਂ ਨਿਸ਼ਾ ਸੁਬਾਹ ਸਕੂਲ ਚਲੀ ਜਾਂਦੀ ਸੀ ਤੇ ਦੁਪਹਿਰ ਨੂੰ ਆਉਂਦੀ ਸੀ। ਖੁਸ਼ੀ ਦਾ ਹੌਲੀ ਹੌਲੀ ਮਨ ਲੱਗਣ ਲੱਗਾ। ਉਧਰ शीला ਨੇ ਆਪਣੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਦੱਸਿਆ ਕਿ ਖੁਸ਼ੀ ਅਗਲੀ ਪੜ੍ਹਾਈ ਕਰਨ ਲਈ ਵਾਪਸ ਸ਼ਹਿਰ ਚਲੀ ਗਈ ਹੈ। ਦਿਨ ਬੀਤਦੇ ਗਏ। शीला 1-2 ਵਾਰ ਖੁਸ਼ੀ ਨੂੰ ਮਿਲਣ ਗਈ। ਖੁਸ਼ੀ ਦਾ ਮਨ ਬਹੁਤ ਬੇਚੈਨ ਸੀ। ਅਣਜਾਣੇ ਵਿੱਚ ਹੋਈ ਇੱਕ ਗਲਤੀ ਨੇ ਉਸਦੀ ਜ਼ਿੰਦਗੀ ਨੂੰ ਅਜਿਹੇ ਮੋੜ ਤੇ ਲੈ ਆਂਦਾ ਸੀ ਕਿ ਉਸਨੂੰ ਬਾਹਰ ਨਿਕਲਣ ਦਾ ਰਸਤਾ ਨਜ਼ਰ ਨਹੀਂ ਸੀ ਆ ਰਿਹਾ। ਨਿਸ਼ਾ ਖੁਸ਼ੀ ਨੂੰ ਬੇਟੀ ਵਾਂਗ ਪਿਆਰ ਕਰਨ ਲੱਗੀ, ਉਸਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਵੀ ਕਰਦੀ। ਖੁਸ਼ੀ ਦਾ ਪੇਟ ਹੁਣ ਬਾਹਰ ਦਿਖਾਈ ਦੇਣ ਲੱਗ ਪਿਆ ਸੀ। ਪੇਟ 'ਚੋਂ ਬੱਚੇ ਦੀ ਹਿਲਜੁਲ ਅਤੇ ਅਲਟਰਾਸਾਊਂਡ 'ਚੋਂ ਬੱਚੇ ਨੂੰ ਦੇਖ ਕੇ ਉਸਦੇ ਦਿਲ ਦੀ ਧੜਕਣ ਸੁਣ ਕੇ ਲੱਗਦਾ ਸੀ ਕਿ ਉਸਦਾ ਫੈਸਲਾ ਸਹੀ ਸੀ। 9ਵੇਂ ਮਹੀਨੇ ਖੁਸ਼ੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ। शीला ਵੀ ਹਸਪਤਾਲ 'ਚੋਂ ਬੇਟੀ ਦੇ ਨਾਲ ਸੀ। ਜਦੋਂ ਖੁਸ਼ੀ ਨੂੰ ਵਾਰਡ 'ਚ ਸ਼ਿਫਟ ਕੀਤਾ ਗਿਆ ਤਾਂ ਉਸਨੂੰ ਹੋਸ਼ ਆਈ ਤਾਂ ਉਸਨੇ ਬੱਚੇ ਨੂੰ ਆਪਣੇ ਨੇੜੇ ਨਾ ਦੇਖਿਆ ਅਤੇ ਕਿਹਾ, ਮਾਂ ਮੇਰਾ ਬੱਚਾ ਕਿੱਥੇ ਹੈ? ਮੇਰਾ ਬੱਚਾ, ਮੈਂ ਉਸਨੂੰ ਦੇਖਣਾ ਚਾਹੁੰਦੀ ਹਾਂ, ਪਲੀਜ਼ ਮੈਨੂੰ ਮੇਰਾ ਬੱਚਾ ਦਿਓ। ਖੁਸ਼ੀ ਰੋਣ ਲੱਗ ਪਈ। ਉਸਦੀ ਮਾਂ ਖੁਸ਼ੀ ਨੂੰ ਝੂਠ ਬੋਲਣਾ ਚਾਹੁੰਦੀ ਸੀ ਕਿ ਉਸਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ ਤਾਂ ਕਿ ਭਵਿੱਖ ਲਈ ਉਸਨੂੰ ਕੋਈ ਪਰੇਸ਼ਾਨੀ ਨਾ ਹੋਵੇ। ਪਰ ਜਦੋਂ ਉਸਨੇ ਖੁਸ਼ੀ ਨੂੰ ਬੱਚੇ ਲਈ ਰੋਂਦੇ ਦੇਖਿਆ ਤਾਂ शीला ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੀ। ਉਦੋਂ ਹੀ ਖੁਸ਼ੀ ਨੇ ਕਿਹਾ, ਮਾਂ ਡਿਲੀਵਰੀ ਤੋਂ ਬਾਅਦ ਮੈਂ ਉਸਦਾ ਰੋਣਾ ਵੀ ਸੁਣਿਆ ਸੀ। ਮੇਰਾ ਬੱਚਾ ਕਿੱਥੇ ਹੈ? ਮੈਨੂੰ ਦੱਸੋ ਮਾਂ, ਮੇਰਾ ਬੱਚਾ ਕਿੱਥੇ ਹੈ? ਖੁਸ਼ੀ ਉਦੋਂ ਤੱਕ ਬੇਚੈਨ ਰਹੀ ਜਦੋਂ ਤੱਕ ਉਸਨੇ ਬੱਚੇ ਨੂੰ ਨਾ ਦੇਖਿਆ। ਬੱਚੇ ਨੂੰ ਦੇਖ ਕੇ ਹੀ ਉਸਨੂੰ ਸ਼ਾਂਤੀ ਮਹਿਸੂਸ ਹੋਈ। ਖੁਸ਼ੀ ਅਤੇ ਬੱਚਾ 2 ਦਿਨਾਂ ਬਾਅਦ ਨਿਸ਼ਾ ਦੇ ਘਰ ਆਏ। ਬੱਚੇ ਦਾ ਨਾਮ ਵੰਸ਼ ਰੱਖਿਆ। ਕੁਝ ਦਿਨ ਰੁਕੇ ਅਤੇ शीला ਚਲੀ ਗਈ। 2 ਸਾਲ ਬੀਤ ਗਏ। शीला ਰਿਟਾਇਰ ਹੋ ਗਈ, हैदराबाद ਆ ਗਈ ਅਤੇ ਨਿਸ਼ਾ ਦੇ ਕੋਲ ਕਿਰਾਏ ਦਾ ਮਕਾਨ ਲੈ ਲਿਆ। ਵੰਸ਼ ਖੁਸ਼ੀ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਸੀ। ਉਸਦੀ ਮੁਸਕਰਾਹਟ ਦੇਖ ਕੇ ਖੁਸ਼ੀ ਬੀਤੇ ਦਿਨਾਂ ਨੂੰ ਭੁੱਲਣ ਲੱਗੀ। ਪਰ ਹੁਣ शीला ਖੁਸ਼ੀ ਦੇ ਉਸਦੇ ਵਿਆਹ ਦੀ ਫਿਕਰ ਸੀ। ਜਦੋਂ ਇਸ ਗੱਲ ਦਾ ਖੁਸ਼ੀ ਨੂੰ ਪਤਾ ਲੱਗਾ ਤਾਂ ਉਸਨੇ ਕਿਹਾ, ਮਾਂ ਕੌਣ ਕਰਵਾਵੇਗਾ ਮੇਰੇ ਨਾਲ ਵਿਆਹ ਤੇ ਮੈਨੂੰ ਸਵੀਕਾਰ ਕਰ ਲਵੇਗਾ? ਮੈਂ ਹੁਣ ਵਿਆਹ ਨਹੀਂ ਸੀ ਕਰਨਾ ਚਾਹੁੰਦੀ। ਵੰਸ਼ ਮੇਰੇ ਲਈ ਹੀ ਸਭ ਕੁਝ ਹੈ। शीला ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਖੁਸ਼ੀ ਨਾ ਮੰਨੀ। ਹੁਣ ਖੁਸ਼ੀ ਨੌਕਰੀ ਕਰਨਾ ਚਾਹੁੰਦੀ ਸੀ। ਮਾਂ ਦੇ ਆਉਣ ਨਾਲ ਹੁਣ ਖੁਸ਼ੀ ਵੰਸ਼ ਲਈ ਬੇਫਿਕਰ ਹੋ ਗਈ ਸੀ। ਇੱਕ ਦਿਨ ਖੁਸ਼ੀ ਨੇ ਅਖਬਾਰ ਵਿੱਚ ਇੱਕ ਇਸ਼ਤਿਹਾਰ ਦੇਖਿਆ। ਰਿਸ਼ਭ ਮਲਹੋਤਰਾ ਬੰਗਲਾ ਨੰਬਰ 5, ਸ਼ਿਵ ਹੀਲ ਨੂੰ ਇੱਕ 6 ਸਾਲ ਦੀ ਬੱਚੀ ਦੀ ਦੇਖਭਾਲ ਲਈ ਇੱਕ ਔਰਤ ਦੀ ਲੋੜ ਹੈ। ਔਰਤ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ ਅਤੇ ਥੋੜੀ ਜਿਹੀ ਅੰਗਰੇਜ਼ੀ ਆਉਂਦੀ ਹੋਵੇ ਤੇ ਬੱਚੇ ਨੂੰ ਸੰਭਾਲਣ ਦਾ ਤਜਰਬਾ ਹੋਣਾ ਚਾਹੀਦਾ ਹੈ। ਬੇਬੀ ਸਿਟਿੰਗ। ਇਸ਼ਤਿਹਾਰ ਪੜ੍ਹ ਕੇ ਖੁਸ਼ੀ ਨੇ ਸੋਚਿਆ ਕਿ ਮੈਂ ਇਸ ਨੌਕਰੀ ਲਈ ਯੋਗ ਹਾਂ, ਮੈਨੂੰ ਇੰਟਰਵਿਊ ਲਈ ਜਾਣਾ ਚਾਹੀਦਾ ਹੈ। ਅਗਲੇ ਦਿਨ ਖੁਸ਼ੀ ਸਵੇਰੇ 9 ਵਜੇ ਜਦੋਂ ਘਰੋਂ ਨਿਕਲੀ ਤਾਂ ਗਾਰਡ ਨੇ ਉਸਨੂੰ ਬੰਗਲੇ ਦੇ ਬਗੀਚੇ ਵਿੱਚ ਕੁਰਸੀ ਤੇ ਬੈਠਣ ਲਈ ਕਿਹਾ।
खुशी ने देखा कि 4-5 होर औरतां भी आईयां सन। ਉਹ ਸੋਚਣ ਲੱਗੀ ਕਿ ਅੱਜ ਦੇ ਜ਼ਮਾਨੇ ਵਿੱਚ ਕਿੰਨਾ ਮੁਕਾਬਲਾ ਹੈ। ਇੱਕ ਛੋਟੀ ਜਿਹੀ ਨੌਕਰੀ ਲਈ ਕਿੰਨੇ ਲੋਕ ਆਏ ਹਨ। ਇੱਕ ਇੱਕ ਕਰਕੇ ਉਹ ਔਰਤਾਂ ਅੰਦਰ ਗਈਆਂ ਅਤੇ ਫਿਰ ਖੁਸ਼ੀ ਦੀ ਵਾਰੀ ਆਈ। ਖੁਸ਼ੀ ਪਹਿਲੀ ਵਾਰ ਇੰਟਰਵਿਊ ਦੇ ਰਹੀ ਸੀ। ਉਹ ਬਹੁਤ ਘਬਰਾਈ ਹੋਈ ਸੀ। ਖੁਸ਼ੀ ਕਮਰੇ ਵਿੱਚ ਦਾਖਲ ਹੋਈ। ਉਸਦੇ ਸਾਹਮਣੇ ਕੁਰਸੀ ਤੇ ਰਿਸ਼ਵ ਮਲਹੋਤਰਾ ਬੈਠਾ ਸੀ। ਖੁਸ਼ੀ ਨੇ ਰਿਸ਼ਵ ਨੂੰ ਦੇਖਿਆ। ਸੁੰਦਰ, ਲੰਬਾ, ਗੋਰਾ, ਬਹੁਤ ਹੀ ਹੁਸ਼ਿਆਰ ਆਦਮੀ। ਉਸਦੀ ਉਮਰ 30-32 ਸਾਲ ਦੀ ਲੱਗ ਰਹੀ ਸੀ, ਪਰ ਰਿਸ਼ਵ ਦੀ ਉਮਰ 36 ਸਾਲ ਦੀ ਸੀ। ਨੀਲੀ ਕਮੀਜ਼, ਕਾਲੇ ਰੰਗ ਦੀ ਪੈਂਟ, ਸੁਨਹਿਰੀ ਫਰੇਮ ਵਾਲੀ ਐਨਕ ਉਸਦੀਆਂ ਅੱਖਾਂ ਤੇ ਪਾਈ ਹੋਈ ਸੀ। ਖੁਸ਼ੀ ਉਸ ਵੱਲ ਦੇਖਦੀ ਰਹੀ। ਫਿਰ ਉਸਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ। ਰਿਸ਼ਵ ਨੇ ਖੁਸ਼ੀ ਨੂੰ ਬੈਠਣ ਲਈ ਕਿਹਾ ਤਾਂ ਖੁਸ਼ੀ ਬੈਠ ਗਈ। ਏਸੀ ਚਾਲੂ ਹੋਣ ਦੇ ਬਾਵਜੂਦ ਖੁਸ਼ੀ ਨੂੰ ਪਸੀਨਾ ਆ ਰਿਹਾ ਸੀ। ਖੁਸ਼ੀ ਨੂੰ ਇਸ ਤਰ੍ਹਾਂ ਦੇਖ ਕੇ ਰਿਸ਼ਵ ਨੇ ਪਾਣੀ ਦਾ ਗਲਾਸ ਉਸ ਵੱਲ ਵਧਾਇਆ ਅਤੇ ਖੁਸ਼ੀ ਨੇ ਇੱਕ ਸਾਹ ਵਿੱਚ ਹੀ ਪਾਣੀ ਪੀ ਲਿਆ। ਰਿਸ਼ਵ ਨੇ ਕਿਹਾ, ਆਰਾਮ ਕਰੋ, ਲੱਗਦਾ ਹੈ ਕਿ ਇਹ ਤੁਹਾਡਾ ਪਹਿਲਾ ਇੰਟਰਵਿਊ ਹੈ। ਖੁਸ਼ੀ ਨੇ ਕਿਹਾ, ਰਿਸ਼ਵ? ਹਾਂ। ਰਿਸ਼ਵ ਨੇ ਕਿਹਾ, ਜੋ ਮੈਂ ਪੁੱਛਦਾ ਹਾਂ ਆਰਾਮ ਨਾਲ ਜਵਾਬ ਦਿਓ, ਘਬਰਾਉਣ ਦੀ ਕੋਈ ਲੋੜ ਨਹੀਂ। ਰਿਸ਼ਵ ਨੇ ਖੁਸ਼ੀ ਦਾ ਬਾਇਓਡਾਟਾ ਦੇਖਿਆ ਤੇ ਕਿਹਾ, ਤੁਸੀਂ ਇੱਕ ਬੱਚੇ ਦੀ ਮਾਂ ਹੋ, ਪਰ ਤੁਹਾਨੂੰ ਦੇਖ ਕੇ ਨਹੀਂ ਲੱਗਦਾ ਕਿ ਤੁਸੀਂ ਵਿਆਹੇ ਹੋ। ਤੁਹਾਡੇ ਬੱਚੇ ਦੀ ਉਮਰ ਕਿੰਨੀ ਹੈ? 3 ਸਾਲ। ਰਿਸ਼ਵ ਨੇ ਪੁੱਛਿਆ, ਤੁਹਾਡੇ ਘਰ ਹੋਰ ਕੌਣ ਹਨ? ਖੁਸ਼ੀ ਨੇ ਕਿਹਾ, ਮੇਰਾ ਬੇਟਾ ਵੰਸ਼ ਤੇ ਮੇਰੀ ਮਾਂ। ਰਿਸ਼ਵ ਨੇ ਪੁੱਛਿਆ, ਤੇਰਾ ਪਤੀ? ਖੁਸ਼ੀ ਨੇ ਕਿਹਾ, ਉਹ ਹੁਣ ਸਾਡੇ ਨਾਲ ਨਹੀਂ ਹੈ। ਰਿਸ਼ਵ ਨੇ ਕਿਹਾ, ਮੁਆਫ ਕਰਨਾ, ਦੇਖੋ, ਕੀ ਤੁਸੀਂ ਆਪਣੇ ਬੇਟੇ ਵੰਸ਼ ਦੇ ਨਾਲ ਮੇਰੀ ਬੇਟੀ ਤਨਵੀ ਦੀ ਦੇਖਭਾਲ ਕਰ ਸਕੋਗੇ, ਕਿਉਂਕਿ ਤੁਹਾਡਾ ਬੇਟਾ ਵੀ ਛੋਟਾ ਹੈ। ਖੁਸ਼ੀ ਨੇ ਕਿਹਾ, ਹਾਂ। ਜਿਸ ਤਰ੍ਹਾਂ ਮਾਂ ਆਪਣੇ 2 ਬੱਚਿਆਂ ਦਾ ਧਿਆਨ ਰੱਖਦੀ ਹੈ, ਉਸੇ ਤਰ੍ਹਾਂ ਮੈਂ ਵੀ 2 ਬੱਚਿਆਂ ਦਾ ਧਿਆਨ ਰੱਖਾਂਗੀ। ਖੁਸ਼ੀ ਦਾ ਜਵਾਬ ਸੁਣ ਕੇ ਉਹ ਹੈਰਾਨ ਰਹਿ ਗਿਆ। ਰਿਸ਼ਵ ਨੇ ਖੁਸ਼ੀ ਦਾ ਜਵਾਬ ਸੁਣ ਕੇ ਕਿਹਾ, ਗੁੱਡ, ਮੈਂ ਤੁਹਾਡੇ ਤੋਂ ਖੁਸ਼ ਹਾਂ। ਫਿਰ ਰਿਸ਼ਵ ਬੋਲਿਆ, ਮੇਰੀ ਪਤਨੀ ਤਪੱਸਿਆ ਦੀ 7 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਇਸ ਕਾਰਨ ਮੇਰੀ ਬੇਟੀ ਤਨਵੀ ਥੋੜੀ ਜਿੱਦੀ ਹੋ ਗਈ ਹੈ। ਉਸ ਨੂੰ ਸੰਭਾਲਣਾ ਥੋੜਾ ਮੁਸ਼ਕਲ ਹੋਵੇਗਾ। ਇਹ 20,000 ਹੈ। ਤੁਸੀਂ ਕੱਲ ਤੋਂ ਆ ਜਾਇਓ। ਅਗਲੇ ਦਿਨ ਖੁਸ਼ੀ ਸਵੇਰੇ 9 ਵਜੇ ਰਿਸ਼ਵ ਦੇ ਘਰ ਪਹੁੰਚ ਗਈ। ਇੱਕ 50-55 ਸਾਲ ਦੀ ਔਰਤ ਉਸਦੇ ਕੋਲ ਆਉਂਦੀ ਹੈ ਅਤੇ ਉਸ ਨੂੰ ਡਾਈਨਿੰਗ ਰੂਮ ਵਿੱਚ ਲੈ ਜਾਂਦੀ ਹੈ, ਜਿੱਥੇ ਗੁਲਾਬੀ ਫਰੋਕ ਵਿੱਚ 6 ਸਾਲ ਦੀ ਤਨਵੀ ਕੁਰਸੀ ਤੇ ਬੈਠੀ ਉੱਚੀ ਉੱਚੀ ਰੋ ਰਹੀ ਸੀ। ਮੈਂ ਨਹੀਂ, ਮੈਨੂੰ ਭੁੱਖ ਨਹੀਂ ਲੱਗੀ, ਮੈਂ ਪਰੌਂਠੀ ਨਹੀਂ ਖਾਣੀ। ਉੱਥੇ 4 ਨੌਕਰਾਣੀਆਂ ਹੋਰ ਖੜੀਆਂ ਸਨ, ਵਾਰ-ਵਾਰ ਤਨਵੀ ਨੂੰ ਨਾਸ਼ਤਾ ਕਰਨ ਲਈ ਕਹਿ ਰਹੀਆਂ ਸਨ। ਜਿੰਨੀ ਵਾਰ ਤਨਵੀ ਨੂੰ ਖਾਣ ਲਈ ਕਿਹਾ ਗਿਆ, ਉਹ ਜਿੱਦ ਕਰਦੀ ਗਈ। ਨਹੀਂ ਨਹੀਂ। ਇਹ ਦੇਖ ਕੇ ਖੁਸ਼ੀ ਤਨਵੀ ਦੇ ਕੋਲ ਗਈ ਅਤੇ ਕਿਹਾ, ਠੀਕ ਹੈ, ਤੁਸੀਂ ਖਾਣਾ ਨਹੀਂ ਚਾਹੁੰਦੇ ਤਾਂ ਨਾ ਖਾਓ, ਅਤੇ ਨਾਸ਼ਤੇ ਦੀ ਪਲੇਟ ਹਟਾ ਦਿੱਤੀ। ਉਦੋਂ ਹੀ ਰਿਸ਼ਵ ਵੀ ਉੱਥੇ ਆ ਗਿਆ ਅਤੇ ਦੂਰੋਂ ਦੇਖਣ ਲੱਗਾ। ਤਨਵੀ ਨੇ ਪੁੱਛਿਆ, ਤੂੰ ਕੌਣ ਹੈ? ਖੁਸ਼ੀ ਨੇ ਕਿਹਾ, ਮੈਂ ਤੁਹਾਡੀ ਨਵੀਂ ਦੋਸਤ ਹਾਂ। ਖੁਸ਼ੀ ਨੇ ਤਨਵੀ ਦੇ ਹੱਥ ਵਿੱਚ ਗੁੱਡੀ ਵੇਖ ਕੇ ਕਿਹਾ, ਇਹ ਤੁਹਾਡੀ ਗੁੱਡੀ ਹੈ? ਬਹੁਤ ਖੂਬਸੂਰਤ ਹੈ। ਤਨਵੀ ਨੇ ਕਿਹਾ, ਹਾਂ। ਖੁਸ਼ੀ ਨੇ ਕਿਹਾ, ਅੱਛਾ, ਆਪਾਂ ਇੱਕ ਗੇਮ ਖੇਡਾਂਗੇ। ਤਨਵੀ ਨੇ ਹਾਮੀ ਭਰੀ। ਖੁਸ਼ੀ ਨੇ ਨਾਸ਼ਤੇ ਵਿੱਚ ਬਣੇ ਆਲੂ ਦੇ ਪਰੌਂਠਿਆਂ ਨੂੰ ਟੁਕੜਿਆਂ ਵਿੱਚ ਕੱਟਿਆ ਅਤੇ ਉਹਨਾਂ ਦਾ ਨਾਮ, ਪਾਪਾ ਦਾ, ਦਾਦੀ ਦਾ ਨਾਂ ਰੱਖਿਆ ਅਤੇ ਉਹਨਾਂ ਨੂੰ ਇੱਕ ਇੱਕ ਕਰਕੇ ਖਵਾਉਣਾ ਸ਼ੁਰੂ ਕਰ ਦਿੱਤਾ। ਤਨਵੀ ਨੇ ਇਹ ਵੇਖਦੇ ਵੇਖਦੇ ਨਾਸ਼ਤਾ ਖਤਮ ਕਰ ਦਿੱਤਾ। ਰਿਸ਼ਵ ਵੀ ਖੁਸ਼ੀ ਵਿੱਚ ਮੁਸਕਰਾਇਆ। ਫਿਰ ਖੁਸ਼ੀ ਅਤੇ ਤਨਵੀ ਲੁਕ ਛਿਪ ਕੇ ਖੇਡਣ ਲੱਗੀਆਂ। ਖੁਸ਼ੀ ਜਾਣਦੀ ਸੀ ਕਿ ਤਨਵੀ ਆਪਣੀ ਮਾਂ ਤੋਂ ਬਿਨਾਂ ਕਿਵੇਂ ਰਹਿ ਰਹੀ ਹੈ। ਉਸਦੇ ਪਾਪਾ ਨੂੰ ਬੱਚੇ ਪਾਲਣ ਦਾ ਤਜਰਬਾ ਨਹੀਂ ਹੈ। ਜੇ ਤਨਵੀ ਇੱਕ ਵਾਰ ਇਨਕਾਰ ਕਰ ਦੇਵੇ, ਫਿਰ ਘਰ ਦੇ ਨੌਕਰ ਉਸ ਨੂੰ ਉਸੇ ਕੰਮ ਕਰਨ ਲਈ ਮਨਾਉਣਾ ਸ਼ੁਰੂ ਕਰ ਦਿੰਦੇ ਸਨ ਅਤੇ ਉਹ ਉਸ ਨੂੰ ਪਰੇਸ਼ਾਨ ਕਰਦੇ ਸਨ। ਤਨਵੀ ਨੂੰ ਪਿਆਰ ਦੀ ਲੋੜ ਹੈ। ਖੁਸ਼ੀ ਨੇ ਤਨਵੀ ਨੂੰ ਛੋਟੇ ਛੋਟੇ ਕੰਮ ਕਰਨੇ, ਡਰਾਇੰਗ ਬਣਾਉਣਾ, ਆਪਣਾ ਹੋਮਵਰਕ ਕਰਾਉਣਾ, ਡਾਂਸ ਸਿਖਾਉਣਾ ਸ਼ੁਰੂ ਕਰ ਦਿੱਤਾ। ਤਨਵੀ ਹੁਣ ਖੁਸ਼ ਸੀ। ਖੁਸ਼ੀ ਨੂੰ ਪਤਾ ਲੱਗਾ ਕਿ ਤਨਵੀ ਰਾਤ ਨੂੰ ਇਕੱਲੀ ਸੌਂਦੀ ਹੈ, ਨਾ ਕਿ ਆਪਣੇ ਪਾਪਾ ਨਾਲ। ਖੁਸ਼ੀ ਨੇ ਬੀਤੀ ਰਾਤ ਦੇਖਿਆ ਕਿ ਰਿਸ਼ਵ ਰੁੱਝਿਆ ਹੋਇਆ ਸੀ। ਉਹ ਦੇਰ ਨਾਲ ਘਰ ਆਇਆ। ਕਈ ਵਾਰ ਨੌਕਰ ਵੀ ਆਪਣੀ ਮਨਮਾਨੀ ਕਰਦੇ ਸਨ।
ਇਹ ਸਭ ਦੇਖ ਕੇ ਖੁਸ਼ੀ ਨੇ ਸੋਚਿਆ ਕਿ ਉਹ ਰਿਸ਼ਵ ਨਾਲ ਗੱਲ ਕਰੇਗੀ। ਉਸ ਨੂੰ ਪਤਾ ਲੱਗਾ ਕਿ ਰਿਸ਼ਵ ਸਟੱਡੀ ਰੂਮ ਵਿੱਚ ਬੈਠਾ ਹੈ, ਤਾਂ ਉਸਨੇ ਸਟੱਡੀ ਰੂਮ ਦਾ ਦਰਵਾਜ਼ਾ ਖੜਕਾਇਆ। ਇਹ ਦੇਖ ਕੇ ਰਿਸ਼ਵ ਨੇ ਕਿਹਾ, ਅੰਦਰ ਆ ਜਾਓ। ਉਦੋਂ ਹੀ ਰਿਸ਼ਵ ਦੇ ਫੋਨ ਦੀ ਘੰਟੀ ਵੱਜੀ ਅਤੇ ਉਸਨੇ ਖੁਸ਼ੀ ਨੂੰ ਇੰਤਜ਼ਾਰ ਕਰਨ ਲਈ ਕਿਹਾ। ਰਿਸ਼ਵ ਮੋਬਾਈਲ ਲੈ ਕੇ ਬਾਹਰ ਚਲਾ ਗਿਆ। ਕਮਰੇ ਵਿੱਚ ਕੱਚ ਦੀਆਂ ਅਲਮਾਰੀਆਂ ਵਿੱਚ ਕਿਤਾਬਾਂ ਰੱਖੀਆਂ ਹੋਈਆਂ ਸਨ। ਖੁਸ਼ੀ ਨੇ ਕਿਤਾਬਾਂ ਦੇਖ ਕੇ ਸੋਚਿਆ ਕਿ ਮਲਹੋਤਰਾ ਸਾਹਿਬ ਨੂੰ ਪੜ੍ਹਨ ਦਾ ਸ਼ੌਂਕ ਹੈ। ਫਿਰ ਉਹ ਉੱਠ ਕੇ ਬੜਬੜਾਉਣ ਲੱਗੀ, ਇਹ ਅਮੀਰ ਲੋਕ ਪੈਸੇ ਪਿੱਛੇ ਕਮਾਉਣ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਇਹਨਾਂ ਨੂੰ ਆਪਣੇ ਬੱਚਿਆਂ ਦੀ ਕਰਨਾ ਹੀ ਹਾਂ, ਪਰ ਜਨਾਬ ਦਾ ਧਿਆਨ ਪੈਸੇ ਕਮਾਉਣ ਵੱਲ ਹੈ। ਉਹ ਗੁੱਸੇ ਨਾਲ ਖੜੀ ਹੋਈ। ਉਸਨੇ ਗੁੱਸੇ ਨਾਲ ਕੁਰਸੀ ਨੂੰ ਪਿੱਛੇ ਧੱਕ ਦਿੱਤਾ ਅਤੇ ਮੁੜ ਗਈ। ਖੁਸ਼ੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਸਦੀ ਲੱਤ ਮਰੋੜੀ ਗਈ ਅਤੇ ਉਹ ਡਿੱਗਣ ਲੱਗੀ ਤਾਂ ਹੀ ਮਜ਼ਬੂਤ ਬਾਹਾਂ ਨੇ ਉਸਨੂੰ ਫੜ ਲਿਆ। ਜਦੋਂ ਉਸਨੇ ਆਪਣਾ ਚਿਹਰਾ ਚੁੱਕ ਕੇ ਦੇਖਿਆ ਤਾਂ ਉਸਦਾ ਚਿਹਰਾ ਬਿਲਕੁਲ ਰਿਸ਼ਵ ਦੇ ਚਿਹਰੇ ਦੇ ਨੇੜੇ ਸੀ। ਰਿਸ਼ਵ ਦਾ ਇੱਕ ਹੱਥ ਖੁਸ਼ੀ ਦੀ ਕਮਰ ਤੇ ਸੀ। ਖੁਸ਼ੀ ਨੇ ਕੋਲ ਰੱਖੀ ਕੁਰਸੀ ਦਾ ਹੈਂਡਲ ਫੜ ਲਿਆ। ਰਿਸ਼ਵ ਨੇ ਉਸਨੂੰ ਹਲਕਾ ਜਿਹਾ ਸਹਾਰਾ ਦਿੱਤਾ। ਖੁਸ਼ੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਰਿਹਾ ਸੀ। ਰਿਸ਼ਵ ਨੇ ਕਿਹਾ, ਮੁਆਫ਼ ਕਰਨਾ, ਦੇਰ ਹੋ ਗਈ। ਅਸਲ ਵਿੱਚ ਮੇਰੇ ਇੱਕ ਕਰਮਚਾਰੀ ਦੇ ਪਿਤਾ ਦੀ ਮੌਤ ਹੋ ਗਈ। ਕੱਲ੍ਹ ਉਸਦਾ ਆਪਰੇਸ਼ਨ ਹੋਇਆ, ਇਸ ਲਈ ਮੈਂ ਕੱਲ੍ਹ ਹਸਪਤਾਲ ਵਿੱਚ ਸੀ। ਹਸਪਤਾਲ ਤੋਂ ਲਾਸ਼ ਨੂੰ ਘਰ ਲਿਆਉਣ ਲਈ ਪ੍ਰਬੰਧ ਕਰ ਰਿਹਾ ਸੀ, ਇਸ ਲਈ ਮੈਨੂੰ ਫੋਨ ਆਇਆ। ਖੁਸ਼ੀ ਦਾ ਦਿਲ ਸ਼ਰਮ ਨਾਲ ਭਰ ਗਿਆ। ਉਹ ਆਪਣੀ ਸੋਚ ਤੇ ਸ਼ਰਮਿੰਦਾ। ਉਸਨੇ ਰਿਸ਼ਵ ਨੂੰ ਤਨਵੀ ਦੀਆਂ ਸਮੱਸਿਆ ਬਾਰੇ ਦੱਸਿਆ ਅਤੇ ਸਟਾਫ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਹੁਣ ਤਨਵੀ ਦੀ ਜ਼ਿੰਮੇਵਾਰੀ ਉਸ ਤੇ ਹੈ। ਉਸ ਨੂੰ ਆਪਣੇ ਤਰੀਕੇ ਨਾਲ ਇਹ ਕਰਨ ਦੀ ਆਜ਼ਾਦੀ ਦੇਣੀ ਚਾਹੀਦੀ ਹੈ। ਸਾਰੇ ਸਟਾਫ ਨੂੰ ਉਸ ਦੀ ਗੱਲ ਮੰਨਣੀ ਪਵੇਗੀ ਅਤੇ ਇਹ ਵੀ ਕਿਹਾ ਕਿ ਤੁਸੀਂ ਵੀ ਤਨਵੀ ਨੂੰ ਕੁਝ ਸਮਾਂ ਦਿਓ। ਉਸ ਨੂੰ ਮਾਲ ਵਿੱਚ ਲੈ ਜਾਓ, ਉਸ ਨੂੰ ਪਿਕਨਿਕ ਲਈ ਲੈ ਕੇ ਜਾਓ, ਘੁੰਮੋ, ਉਸ ਦੇ ਨਾਲ ਖੇਡੋ। ਹੁਣ ਉਹ ਦੇਖ ਰਹੀ ਸੀ ਕਿ ਰਿਸ਼ਵ ਨੇ ਤਨਵੀ ਨੂੰ ਸਮਾਂ ਦੇਣਾ ਸ਼ੁਰੂ ਕਰ ਦਿੱਤਾ ਸੀ। ਉਸ ਨਾਲ ਖੇਡਦਾ ਰਹਿੰਦਾ ਸੀ। ਜਦੋਂ ਵੀ ਉਹ ਦੁਪਹਿਰ ਨੂੰ ਘਰ ਆਉਂਦਾ ਤਾਂ ਤਨਵੀ ਸੌਂਦੀ ਸੀ। ਉਹ ਲੁੱਕ ਛਿਪ ਕੇ ਇੱਕ ਵਾਰ ਉਸ ਨੂੰ ਦੇਖ ਲੈਂਦਾ ਸੀ। ਤਨਵੀ ਵੀ ਖੁਸ਼ ਸੀ, ਰਿਸ਼ਵ ਵੀ ਖੁਸ਼ ਸੀ। ਤਨਵੀ ਨੂੰ ਖੁਸ਼ ਦੇਖ ਉਹ ਖੁਸ਼ੀ ਦੀ ਦੇਖਭਾਲ ਤੇ ਭਰੋਸਾ ਕਰਨ ਲੱਗ ਪਿਆ। ਖੁਸ਼ੀ ਨੂੰ ਰਿਸ਼ਵ ਨਾਲ ਪਿਆਰ ਹੋਣ ਲੱਗਾ। ਜਦੋਂ ਵੀ ਰਿਸ਼ਵ ਲੰਚ ਲਈ ਨਹੀਂ ਆਉਂਦਾ ਸੀ ਤਾਂ ਖੁਸ਼ੀ ਬੇਚੈਨ ਹੋ ਜਾਂਦੀ ਸੀ। ਇੱਕ ਦਿਨ ਤਨਵੀ ਨੇ ਉਸਨੂੰ ਲਾਲ ਰੰਗ ਦੀ ਫਰਾਕ ਲਿਆਉਣ ਲਈ ਜ਼ੋਰ ਪਾਇਆ। ਉਸ ਕੋਲ ਲਾਲ ਰੰਗ ਦੀ ਫਰਾਕ ਨਹੀਂ ਹੈ। ਖੁਸ਼ੀ ਨੇ ਕਿਹਾ, ਠੀਕ ਹੈ, ਕੱਲ ਨੂੰ ਲੈ ਕੇ ਆਵਾਂਗੇ। ਦੁਪਹਿਰ ਨੂੰ ਜਦੋਂ ਤਨਵੀ ਲੰਚ ਕਰਨ ਲੱਗੀ ਤਾਂ ਉਸਨੇ ਰਿਸ਼ਵ ਨੂੰ ਕਿਹਾ, ਪਾਪਾ ਕੱਲ ਅਸੀਂ ਫਰਾਕ ਖਰੀਦਣ ਲਈ ਮਾਲ ਜਾਵਾਂਗੇ। ਇਹ ਸੁਣ ਕੇ ਰਿਸ਼ਵ ਨੇ ਕਿਹਾ, ਕੱਲ ਦੁਪਹਿਰ ਤੁਸੀਂ ਲੰਚ ਕਰਨ ਤੋਂ ਬਾਅਦ ਚਲੇ ਜਾਣਾ। ਫਿਰ ਕੁਝ ਸੋਚ ਕੇ ਖੁਸ਼ੀ ਨੇ ਕਿਹਾ, ਤੁਸੀਂ ਕੱਲ ਆਪਣੇ ਵੰਸ਼ ਬੇਟੇ ਨੂੰ ਵੀ ਲੈ ਕੇ ਆਇਓ, ਦੋਵੇਂ ਬੱਚੇ ਘੁੰਮ ਆਉਣਗੇ। ਤਾਂ ਤਨਵੀ ਕਹਿਣ ਲੱਗੀ, ਪਾਪਾ ਤੁਸੀਂ ਵੀ ਆਓ ਪਲੀਜ਼ ਪਾਪਾ। ਇਸ ਤੇ ਰਿਸ਼ਵ ਨੇ ਕਿਹਾ, ਠੀਕ ਹੈ, ਅਸੀਂ ਸਾਰੇ ਜਾਵਾਂਗੇ। ਖੁਸ਼ੀ ਅਗਲੇ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਅੱਜ ਉਹ ਠੀਕ ਠਾਕ ਮੇਕਅਪ ਕਰ ਚੁੱਕੀ ਸੀ। ਵਾਲ ਖੁੱਲੇ ਰੱਖ ਕੇ, ਕਾਜਲ ਲਗਾ ਕੇ ਵੰਸ਼ ਨਾਲ ਉੱਥੇ ਪਹੁੰਚ ਗਈ। ਫਿਰ ਰਿਸ਼ਵ ਦੇ ਮੋਬਾਈਲ ਦੀ ਘੰਟੀ ਵੱਜੀ ਅਤੇ ਉਹ ਗੱਲ ਕਰਨ ਲੱਗਾ। ਜਦੋਂ ਤੱਕ ਰਿਸ਼ਵ ਬਾਹਰ ਮੋਬਾਈਲ ਤੇ ਗੱਲ ਕਰਦਾ ਰਿਹਾ, ਖੁਸ਼ੀ ਦੀਆਂ ਅੱਖਾਂ ਉਸ ਵੱਲ ਹੀ ਦੇਖਦੀਆਂ ਰਹੀਆਂ। ਰਿਸ਼ਵ ਆ ਕੇ ਕਾਰ ਵਿੱਚ ਬੈਠ ਜਾਂਦਾ ਹੈ ਅਤੇ ਉਹ ਖੁਸ਼ੀ ਨੂੰ ਦੇਖਦਾ ਹੈ। ਉਹ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ। ਉਹ ਫਿਰ ਖੁਸ਼ੀ ਨੂੰ ਦੇਖਦਾ ਹੈ। ਅੱਜ ਖੁਸ਼ੀ ਬਹੁਤ ਹੀ ਖੂਬਸੂਰਤ ਅਤੇ ਵੱਖਰੀ ਲੱਗ ਰਹੀ ਸੀ। ਸ਼ੀਸ਼ਾ ਠੀਕ ਕਰਦੇ ਹੋਏ ਰਿਸ਼ਵ ਨੇ ਖੁਸ਼ੀ ਨੂੰ ਦੁਬਾਰਾ ਦੇਖਿਆ ਅਤੇ ਕਾਰ ਸਟਾਰਟ ਕੀਤੀ। ਤਨਵੀ ਨੇ ਮਾਲ ਵਿੱਚ ਲਾਲ ਰੰਗ ਦਾ ਫਰਾਕ ਖਰੀਦਿਆ। ਰਿਸ਼ਵ ਨੇ ਵੰਸ਼ ਲਈ ਕੱਪੜੇ ਵੀ ਲਏ। ਫਿਰ ਦੋਵਾਂ ਬੱਚਿਆਂ ਲਈ ਖਿਡੌਣੇ ਖਰੀਦੇ। ਵੰਸ਼ ਵੀ ਬਹੁਤ ਖੁਸ਼ ਸੀ। ਰਿਸ਼ਵ ਨੇ ਆਪਣੇ ਲਈ ਸ਼ਰਟ ਖਰੀਦਣੀ ਸੀ ਤਾਂ ਹੀ ਰਿਸ਼ਵ ਨੂੰ ਇੱਕ ਕਮੀਜ਼ ਪਸੰਦ ਆਈ, ਪਰ ਖੁਸ਼ੀ ਨੂੰ ਉਸ ਵਿੱਚ ਨੁਕਸ ਨਜ਼ਰ ਆਇਆ। ਤਾਂ ਰਿਸ਼ਵ ਨੇ ਦੁਕਾਨਦਾਰ ਨੂੰ ਕਿਹਾ ਕਿ ਉਹ ਉਸ ਨੂੰ ਉਸੇ ਰੰਗ ਵਿੱਚ ਇੱਕ ਹੋਰ ਕਮੀਜ਼ ਦੇਵੇ। ਜਦੋਂ ਉਹ ਆਇਆ ਤਾਂ ਦੁਕਾਨਦਾਰ ਨੇ ਕਿਹਾ, ਕਮੀਜ਼ ਨਹੀਂ ਹੈ ਉਸ ਰੰਗ ਵਿੱਚ, ਇਸ ਲਈ ਮੈਡਮ ਨੇ ਇੱਕ ਹੋਰ ਸ਼ਰਟ ਪਸੰਦ ਕੀਤੀ ਹੈ। ਰਿਸ਼ਵ ਨੇ ਕਿਹਾ, ਠੀਕ ਹੈ, ਜਦੋਂ ਮੈਡਮ ਨੇ ਪਸੰਦ ਕਰ ਲਈ ਹੈ ਫਿਰ ਫਾਈਨਲ ਹੈ, ਬਿੱਲ ਬਣਾਓ।
ਖੁਸ਼ੀ ਨੇ ਹੌਲੀ ਜਿਹੀ ਕਿਹਾ। ਮੈਂ ਇਹ ਸ਼ਰਟ ਦੇਖੀ ਹੈ। ਰਿਸ਼ਵ ਨੇ ਖੁਸ਼ੀ ਵੱਲ ਦੇਖਿਆ ਪਰ ਕੋਈ ਜਵਾਬ ਨਹੀਂ ਦਿੱਤਾ। ਰਿਸ਼ਵ ਸਾੜੀ ਦੀ ਦੁਕਾਨ ਤੇ ਗਿਆ। ਰਿਸ਼ਵ ਨੇ ਖੁਸ਼ੀ ਨੂੰ ਕਿਹਾ, ਤੁਸੀਂ ਕਿਸ ਤਰ੍ਹਾਂ ਦੀ ਸਾੜੀ ਖਰੀਦਣਾ ਪਸੰਦ ਕਰੋਗੇ? ਖੁਸ਼ੀ ਨੇ ਕਿਹਾ, ਉਹ ਨਹੀਂ, ਉਸ ਦੀ ਲੋੜ ਨਹੀਂ ਹੈ। ਤਾਂ ਰਿਸ਼ਵ ਨੇ ਕਿਹਾ, ਸਭ ਨੇ ਖਰੀਦਦਾਰੀ ਕੀਤੀ ਹੈ, ਇਸ ਲਈ ਤੁਸੀਂ ਵੀ ਇੱਕ ਸਾੜੀ ਲੈ ਲਓ। ਖੁਸ਼ੀ ਨੇ ਸਧਾਰਨ ਸੂਤੀ ਸਾੜੀ ਨੂੰ ਦੇਖਿਆ। ਇਹ ਦੇਖ ਕੇ ਰਿਸ਼ਵ ਨੇ ਦੁਕਾਨਦਾਰ ਨੂੰ ਕਿਹਾ, ਕੋਈ ਸਿਲਕ ਵਿੱਚ ਵਧੀਆ ਸਾੜੀ ਦਿਖਾਓ। ਰਿਸ਼ਵ ਨੇ ਖੁਦ ਖੁਸ਼ੀ ਲਈ ਨੀਲੇ ਰੰਗ ਦੀ ਸਾੜੀ ਚੁਣੀ। ਸਾੜੀ ਦੀ ਕੀਮਤ 5000 ਸੀ। ਖੁਸ਼ੀ ਨੇ ਆਪਣੀ ਜ਼ਿੰਦਗੀ ਵਿੱਚ ਇੰਨੀ ਮਹਿੰਗੀ ਸਾੜੀ ਕਦੇ ਨਹੀਂ ਸੀ ਖਰੀਦੀ। ਕੁਝ ਦੇਰ ਮਾਲ ਦੇ ਆਲੇ ਦੁਆਲੇ ਘੁੰਮਣ ਤੋਂ ਬਾਅਦ ਤਨਵੀ ਨੇ ਕਿਹਾ, ਪਾਪਾ ਮੈਂ ਪੀਜ਼ਾ ਖਾਣਾ ਹੈ। ਫਿਰ ਚਾਰੇ ਜਾਣੇ ਪੀਜ਼ਾ ਹੱਬ ਵਿੱਚ ਬੈਠ ਗਏ। ਰਿਸ਼ਵ ਨੇ ਸਾਰਿਆਂ ਦੀ ਪਸੰਦ ਦਾ ਪੀਜ਼ਾ ਆਰਡਰ ਕੀਤਾ ਅਤੇ ਕੌਫੀ ਦਾ ਆਰਡਰ ਵੀ ਦਿੱਤਾ। ਪਾਣੀ ਪੀਂਦਿਆਂ ਹੀ ਰਿਸ਼ਵ ਦਾ ਘੁੱਟ ਗਲੇ ਵਿੱਚ ਵੱਜਿਆ ਤੇ ਖੰਘਣ ਲੱਗਾ। ਫਿਰ ਖੁਸ਼ੀ ਨੇ ਰਿਸ਼ਵ ਦੀ ਪਿੱਠ ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਪੀਜ਼ਾ ਖਾ ਕੇ ਇੱਧਰ ਉੱਧਰ ਘੁੰਮਣ ਤੋਂ ਬਾਅਦ ਉਹ ਸਾਰੇ ਘਰ ਆ ਗਏ। ਇੱਕ ਦਿਨ ਦੁਪਹਿਰ ਵੇਲੇ ਖੁਸ਼ੀ ਤਨਵੀ ਨੂੰ ਇੱਕ ਕਹਾਣੀ ਸੁਣਾ ਰਹੀ ਸੀ। ਜਦੋਂ ਰਿਸ਼ਵ ਕਮਰੇ ਵਿੱਚ ਆਇਆ ਤਾਂ ਤਨਵੀ ਦੇ ਕੋਲ ਬੈਠ ਗਿਆ ਅਤੇ ਕਿਹਾ, ਖੁਸ਼ੀ, ਤੂੰ ਤਨਵੀ ਲਈ ਕੀਤਾ ਉਸ ਲਈ ਮੈਂ ਤੁਹਾਡਾ ਧੰਨਵਾਦ ਕਦੇ ਨਹੀਂ ਭੁੱਲਾਂਗਾ। ਇੱਕ ਛੋਟਾ ਜਿਹਾ ਤੋਹਫਾ। ਮੈਨੂੰ ਖੁਸ਼ੀ ਹੋਵੇਗੀ ਜੇਕਰ ਤੁਸੀਂ ਜਨਮ ਅਸ਼ਟਮੀ ਦੇ ਪ੍ਰੋਗਰਾਮ ਵਿੱਚ ਮੇਰੇ ਨਾਲ ਉਹ ਸਾੜੀ ਪਹਿਨੋ ਤਾਂ ਮੈਨੂੰ ਵਧੀਆ ਲੱਗੇਗਾ। ਰਿਸ਼ਵ ਦੇ ਜਾਣ ਤੋਂ ਬਾਅਦ ਖੁਸ਼ੀ ਨੇ ਡੱਬਾ ਖੋਲ੍ਹਿਆ ਤਾਂ ਉਸ ਵਿੱਚ ਇੱਕ ਖੂਬਸੂਰਤ ਹਾਰ ਅਤੇ ਕੰਨਾਂ ਦੇ ਝੁਮਕੇ ਸੀ। ਖੁਸ਼ੀ ਨੂੰ ਇੰਨਾ ਮਹਿੰਗਾ ਤੋਹਫਾ ਲੈਣਾ ਪਸੰਦ ਨਹੀਂ ਸੀ। ਉਹ ਤੁਰੰਤ ਸਟੱਡੀ ਰੂਮ ਵਿੱਚ ਚਲੀ ਗਈ। ਖੁਸ਼ੀ ਨੇ ਕੁਝ ਕਹਿੰਦੀ ਇਸ ਤੋਂ ਪਹਿਲਾਂ ਹੀ ਰਿਸ਼ਵ ਨੇ ਕਿਹਾ, ਹਾਰ ਵਾਪਸ ਲਿਆਓ। ਤੁਸੀਂ ਵਾਪਸ ਕਰਨ ਆਏ ਹੋ? ਇਹ ਸੁਣ ਕੇ ਖੁਸ਼ੀ ਹੈਰਾਨ ਰਹਿ ਗਈ ਕਿ ਰਿਸ਼ਵ ਨੂੰ ਮੇਰੇ ਦਿਮਾਗ ਦੀ ਗੱਲ ਕਿਵੇਂ ਪਤਾ ਲੱਗੀ। ਰਿਸ਼ਵ ਦਾ ਮੂਡ ਦੇਖ ਕੇ ਉਸਨੇ ਕਿਹਾ, ਨਹੀਂ, ਮੈਂ ਇਸ ਨੂੰ ਵਾਪਸ ਕਰਨ ਨਹੀਂ ਆਈ, ਮੈਂ ਤੁਹਾਡਾ ਧੰਨਵਾਦ ਕਰਨ ਆਈ ਹਾਂ। ਇਹ ਬਹੁਤ ਹੀ ਖੂਬਸੂਰਤ ਹਾਰ ਹੈ। ਖੁਸ਼ੀ ਚੁੱਪਚਾਪ ਆ ਗਈ। ਰਾਤ ਨੂੰ ਸੋਚਣ ਲੱਗੀ, ਮੈਂ ਤਨਵੀ ਅਤੇ ਰਿਸ਼ਵ ਦੀ ਜ਼ਿੰਦਗੀ ਤੋਂ ਦੂਰ ਚਲੀ ਜਾਵਾਂ, ਚੰਗਾ ਹੋਵੇਗਾ। ਮੈਂ ਇਸ ਮੋਹ ਦੇ ਬੰਧਨ ਵਿੱਚ ਨਾ ਫਸਾਂ। ਮੈਨੂੰ ਆਪਣੇ ਪੁੱਤਰ ਵੰਸ਼ ਬਾਰੇ ਸੋਚਣਾ ਚਾਹੀਦਾ ਹੈ। ਵੰਸ਼ ਮੇਰੇ ਲਈ ਸਭ ਕੁਝ ਹੈ। ਮੈਂ ਆਪਣੇ ਵਰਗੀ ਔਰਤ ਨੂੰ ਰਿਸ਼ਵ ਵਰਗੇ ਚੰਗੇ ਆਦਮੀ ਦੀ ਜ਼ਿੰਦਗੀ ਤੇ ਆਪਣਾ ਪਰਛਾਵਾਂ ਨਹੀਂ ਪੈਣ ਦੇ ਸਕਦੀ। ਖੁਸ਼ੀ ਨੇ ਸੋਚਿਆ ਕਿ ਕ੍ਰਿਸ਼ਨ ਜਨਮ ਅਸ਼ਟਮੀ ਸਮਾਰੋਹ ਤੋਂ ਬਾਅਦ ਅਸਤੀਫਾ ਦੇ ਦੇਵੇਗੀ। ਰਿਸ਼ਵ ਦੇ ਘਰ ਜਨਮ ਅਸ਼ਟਮੀ ਦਾ ਪ੍ਰੋਗਰਾਮ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਮਾਗਮ ਵਿੱਚ ਖੁਸ਼ੀ ਨੇ ਉਹੀ ਸਾੜੀ ਪਹਿਨੀ ਜੋ ਰਿਸ਼ਵ ਨੇ ਉਸਨੂੰ ਦਿੱਤੀ ਸੀ ਅਤੇ ਹਾਰ ਵੀ ਪਹਿਨਿਆ ਸੀ। ਘਰ ਕੁਝ ਦੇਰ ਬਾਅਦ ਖੁਸ਼ੀ ਨੇ ਆਪਣਾ ਅਸਤੀਫਾ ਲਿਖ ਕੇ ਸਟੱਡੀ ਰੂਮ ਵਿਚਾਲੇ ਮੇਜ਼ ਤੇ ਰੱਖ ਦਿੱਤਾ। ਸਾਰਾ ਦਿਨ ਉਹ ਰਿਸ਼ਵ ਦੇ ਸਾਹਮਣੇ ਆਉਣ ਤੋਂ ਪਰਹੇਜ਼ ਕਰਦੀ ਸੀ। ਜਦੋਂ ਵੀ ਉਸਦੀ ਆਵਾਜ਼ ਸੁਣਦੀ ਉਹ ਝੱਟ ਭੱਜ ਜਾਂਦੀ ਸੀ। ਰਾਤ ਨੂੰ ਤਨਵੀ ਨੂੰ ਖਾਣਾ ਖਿਲਾਉਣਾ ਸ਼ੁਰੂ ਕੀਤਾ। ਫਿਰ ਨੌਕਰ ਨੂੰ ਕਿਹਾ ਕਿ ਰਿਸ਼ਵ ਡਾਈਨਿੰਗ ਟੇਬਲ ਤੇ ਨਹੀਂ ਹਨ। ਤਾਂ ਨੌਕਰ ਨੇ ਦੱਸਿਆ ਕਿ ਸਰ ਨੇ ਖਾਣਾ ਨਹੀਂ ਖਾਧਾ, ਛੱਤ ਤੇ ਬੈਠੇ ਹਨ ਅਤੇ ਕਿਸੇ ਨੂੰ ਉੱਥੇ ਆਉਣ ਤੋਂ ਰੋਕਿਆ ਹੈ। ਖੁਸ਼ੀ ਨੇ ਨੌਕਰ ਨੂੰ ਤਨਵੀ ਦਾ ਧਿਆਨ ਰੱਖਣ ਲਈ ਕਿਹਾ ਅਤੇ ਛੱਤ ਤੇ ਚਲੀ ਗਈ। ਉਹ ਜਾ ਕੇ ਰਿਸ਼ਵ ਦੇ ਕੋਲ ਖੜੀ ਹੋ ਗਈ। ਰਿਸ਼ਵ ਬੰਦ ਅੱਖਾਂ ਨਾਲ ਝੂਲੇ ਤੇ ਚੁੱਪਚਾਪ ਬੈਠਾ ਸੀ। ਆਵਾਜ਼ ਸੁਣ ਕੇ ਰਿਸ਼ਵ ਨੇ ਅੱਖਾਂ ਖੋਲ੍ਹੀਆਂ ਤੇ ਫਿਰ ਅੱਖਾਂ ਬੰਦ ਕਰ ਲਈਆਂ, ਜਿਵੇਂ ਉਸਨੂੰ ਪਤਾ। ਖੁਸ਼ੀ ਨੇ ਕਿਹਾ, ਤੁਹਾਨੂੰ ਕਿਉਂ ਨਹੀਂ ਭੁੱਖ ਲੱਗੀ? ਰਿਸ਼ਵ ਨੇ ਕਿਹਾ, ਖੁਸ਼ੀ, ਤੈਨੂੰ ਸਭ ਕੁਝ ਪਤਾ ਹੈ, ਫਿਰ ਤੁਸੀਂ ਅਣਜਾਣ ਕਿਉਂ ਬਣ ਰਹੇ ਹੋ? ਖੁਸ਼ੀ ਨੇ ਕਿਹਾ, ਸੁਣੋ, ਜਿਸ ਕੰਮ ਲਈ ਮੈਂ ਆਈ ਸੀ ਉਹ ਪੂਰਾ ਹੋ ਗਿਆ ਹੈ। ਸੱਚ ਕਹਾਂ ਤਾਂ ਤਨਵੀ ਨੂੰ ਮਾਂ ਦੀ ਜ਼ਰੂਰਤ ਸੀ ਅਤੇ ਵੈਸੇ ਵੀ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਹਨ। ਤਨਵੀ ਸਕੂਲ ਜਾਣ ਲੱਗ ਜਾਵੇਗੀ। ਤਾਂ ਰਿਸ਼ਵ ਨੇ ਕਿਹਾ, ਤੁਹਾਡੇ ਤੋਂ ਵਧੀਆ ਮਾਂ ਤਨਵੀ ਨੂੰ ਕਿੱਥੋਂ ਮਿਲੇਗੀ? ਜਦੋਂ ਤੋਂ ਤਪੱਸਿਆ ਤਨਵੀ ਦੀ ਜ਼ਿੰਦਗੀ ਵਿੱਚੋਂ ਗਈ ਹੈ ਤੇ ਤੁਸੀਂ ਉਸਦੀ ਜ਼ਿੰਦਗੀ ਵਿੱਚ ਆਏ ਹੋ ਤਾਂ ਬਹੁਤ ਖੁਸ਼ੀਆਂ ਲਿਆ ਦਿੱਤੀਆਂ ਹਨ। ਸੋਚੋ ਕਿ ਤਨਵੀ ਨੂੰ ਮਾਂ ਅਤੇ ਵੰਸ਼ ਨੂੰ ਪਿਤਾ ਮਿਲੇਗਾ। ਖੁਸ਼ੀ ਨੇ ਕਿਹਾ, ਤੁਸੀਂ ਮੇਰੇ ਬਾਰੇ ਕੁਝ ਨਹੀਂ ਜਾਣਦੇ, ਮੈਂ ਤੁਹਾਡੇ ਲਾਇਕ ਨਹੀਂ ਹਾਂ, ਮੇਰਾ ਅਤੀਤ ਬਹੁਤ ਕਾਲਾ ਹੈ। ਰਿਸ਼ਵ ਨੇ ਕਿਹਾ, ਮੈਂ ਆਪਣੇ ਪਿਆਰ ਨਾਲ ਤੁਹਾਡੀ ਜ਼ਿੰਦਗੀ 'ਚ ਰੌਸ਼ਨੀ ਅਤੇ ਖੁਸ਼ੀਆਂ ਲੈ ਕੇ ਆਵਾਂਗਾ। ਖੁਸ਼ੀ ਨੇ ਕਿਹਾ, ਮੈਂ ਬਿਨਾਂ ਵਿਆਹ ਤੋਂ ਮਾਂ ਬਣ ਗਈ ਸੀ। ਰਿਸ਼ਵ ਨੇ ਕਿਹਾ, ਮੈਂ ਤੇਰੀ ਮਾਂਗ ਤੇ ਖੁਸ਼ੀ ਨਾਲ ਆਪਣੇ ਨਾਮ ਦਾ ਸੰਧੂਰ ਭਰ ਦੇਵਾਂਗਾ ਅਤੇ ਪਿਤਾ ਦਾ ਨਾਮ ਵੰਸ਼ ਨੂੰ ਦੇਵਾਂਗਾ। ਖੁਸ਼ੀ ਨੇ ਕਿਹਾ,
ਮੈਂ ਤੁਹਾਡੇ ਲਾਇਕ ਨਹੀਂ ਹਾਂ ਅਤੇ ਰੋਣ ਲੱਗ ਪਈ। ਰਿਸ਼ਵ ਨੇ ਕਿਹਾ, ਕਿਸ ਨੇ ਕਿਹਾ ਤੂੰ ਮੇਰੇ ਲਾਇਕ ਨਹੀਂ? ਤੇਰੀ ਜਗ੍ਹਾ ਮੇਰੇ ਦਿਲ ਵਿੱਚੋਂ ਹੈ। ਇਹ ਕਹਿ ਕੇ ਰਿਸ਼ਵ ਨੇ ਖੁਸ਼ੀ ਨੂੰ ਜੱਫੀ ਪਾ ਲਈ ਤਾਂ ਖੁਸ਼ੀ ਵੀ ਰਿਸ਼ਵ ਦੀਆਂ ਬਾਹਾਂ 'ਚ ਸਮਾ ਗਈ। ਜਦੋਂ ਖੁਸ਼ੀ ਨੇ ਆਪਣੀ ਮਾਂ ਨੂੰ ਰਿਸ਼ਵ ਨਾਲ ਵਿਆਹ ਕਰਨ ਬਾਰੇ ਦੱਸਿਆ ਤਾਂ ਸ਼ੀਲਾ ਵੀ ਖੁਸ਼ ਹੋ ਗਈ। ਕੁਝ ਦਿਨਾਂ ਬਾਅਦ ਖੁਸ਼ੀ ਅਤੇ ਰਿਸ਼ਵ ਨੇ ਸਾਦੇ ਤਰੀਕੇ ਨਾਲ ਵਿਆਹ ਕਰਵਾ ਲਿਆ। ਖੁਸ਼ੀ ਸ਼ੀਸ਼ੇ ਵਿੱਚ ਆਪਣੀ ਮਾਂਗ ਦੇ ਸੰਧੂਰ ਨੂੰ ਦੇਖ ਕੇ ਬਹੁਤ ਖੁਸ਼ ਸੀ। ਉਦੋਂ ਹੀ ਰਿਸ਼ਵ ਨੇ ਆ ਕੇ ਉਸ ਨੂੰ ਜੱਫੀ ਪਾ ਲਈ। ਖੁਸ਼ੀ ਅਤੇ ਰਿਸ਼ਵ ਬਹੁਤ ਖੁਸ਼ ਸਨ। ਤਨਵੀ ਅਤੇ ਵੰਸ਼ ਵੀ। ਤਨਵੀ ਨੂੰ ਮਾਂ ਮਿਲੀ, ਵੰਸ਼ ਨੂੰ ਪਿਤਾ ਦਾ ਨਾਮ ਅਤੇ ਰਿਸ਼ਵ ਵਰਗਾ ਪਿਤਾ। ਸ਼ੀਲਾ ਚਿੰਤਾ ਤੋਂ ਮੁਕਤ ਸੀ। ਚਾਰੇ ਪਾਸੇ ਖੁਸ਼ੀਆਂ ਸੀ। ਹਾਂਜੀ ਦੋਸਤੋ, ਅੱਜ ਦੀ ਕਹਾਣੀ ਬਾਰੇ ਤੁਹਾਡੇ ਕੀ ਖਿਆਲ ਨੇ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਾਂਗੇ ਜੀ ਕੱਲ੍ਹ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।